दोस्तों अज मैं तुहाडे नाल चर्चा करना चाहुंदा वां जिहड़ा पिछले दिनी सुखबीर सिंह बादल दा फतेहगढ़ साहब जोड़ मेले विच नौजवानों ने कालियां झंडियां दिखा के विरोध किया। अक्सर विरोध करने का कोई कारण होवेगा, पर ऐ जापदा कि बादल दे परिवार ने पिछलियां जिन्नियां उन्होंने नलैकियां ते गलतियां कीतियां उहदे तो कोई सबक नहीं सीखिया और किस तरह गुंडागर्दी करके बुरशागर्दी करके उन्हां विचों दो नौजवानों नूं डरा धमका के माफी मंगवाई गई है। पहला तुसीं ओह माफी वाली एक वीडियो देखो जो तो साफ स्पष्ट हो जाता, उन्होंने बॉडी लैंग्वेज दसदी है कि यह माफी दिलों नहीं गई, ये अंडर ट्रमेंडस प्रैशर उन्होंने को माफी दवाई गई। पहला तुसीं वीडियो देखो और उस तो बाद आप थोड़ी जी चर्चा करांगे बादल दल के किरदार की। फतेहगढ़ साहब गुरुद्वारा साहब ਵਿੱਚ जो गल गलती हुई है, बादल साहब ਜਦੋਂ ਆਏ ਸੀ ਝੰਡੀ ਦਿਖਾਈ, ਉਹਨਾਂ ਨੂੰ ਸਾਡੀ ਵਿਰੋਧਤਾ ਕੀਤੀ, ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਤੋਂ ਮੈਂ ਖਿਮਾ ਚਾਹੁੰਦਾ, ਕਿਰਪਾ ਕਰਕੇ ਮੈਨੂੰ ਮਾਫ ਕੀਤਾ ਜਾਵੇ। ਇਹੋ ਜਿਹੀ ਗਲਤੀ ਮੁੜ ਕੇ ਮੇਰੇ ਤੋਂ ਕਦੇ ਨਹੀਂ ਹੋਵੇਗੀ। ਸ਼ਹੀਦੀ ਜੋੜ ਮੇਲੇ ਫਤਿਹਗੜ੍ਹ ਸਾਹਿਬ ਜਿਸ ਦਿਨ ਸੁਖਬੀਰ ਬਾਦਲ ਸਾਹਿਬ ਆਏ ਸੀ, ਭੀੜ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਵਿਰੋਧ ਕੀਤਾ ਸੀ। ਉਸ ਭੀੜ ਦੇ ਵਿੱਚ ਹੜਬੜਾਹਟ ਦੇ ਵਿੱਚ ਮੈਂ ਵੀ ਉਸ ਭੀੜ ਦੇ ਵਿੱਚ ਚਲੇ ਗਿਆ ਸੀ, ਜੋ ਕਿ ਮੇਰੀ ਬਹੁਤ ਵੱਡੀ ਗਲਤੀ ਹੈ। मैं सब ने देखा कि किस तरह दो नौजवानों नूं कुट मार के उन्हां दी गड्डी दे शीशे भन के उन्हां ते तशद्दद करके अपने वालों बड़ी बहादुरी का काम किया। उत्थों दे फतेहगढ़ साहब दे लोकल अकाली जिहड़े बादल दल दे चेले ने, चापटे ने, ये जिहड़ा विरोध है सियासी तौर पर, यह तो सारी दुनिया दे विच प्रचलित चीज़ है और खास तौर पर पीसफुल डिमोनस्ट्रेशन की तो बकायदा तौर पर चंगे देशों ने जगह रखी हुई है। जिद्दां वाइट हाउस है अमेरिका का, प्रेजिडेंट का, राष्ट्रपति का घर, ਉਹਦੇ ਮੋਰੇ ਉਹਨਾਂ ਨੇ ਇੱਕ ਜਗ੍ਹਾ ਅਲਾਟ ਕੀਤੀ ਹੈ ਕਿ ਜਿਹਦਾ ਵੀ ਦਿਲ ਕਰਦਾ ਉਥੋਂ ਦੀ ਸਰਕਾਰ ਜਾਂ ਰਾਸ਼ਟਰਪਤੀ ਦੀ ਨੀਤੀਆਂ ਦਾ ਵਿਰੋਧ ਕਰਨ ਦਾ, ਤੁਸੀਂ ਇੱਥੇ ਆਣ ਕੇ ਵਿਰੋਧ ਕਰ ਸਕਦੇ ਹੋ। ਲਾਈਕਵਾਈਜ਼ ਸਾਰੇ ਦੁਨੀਆ ਦੇ ਵਿੱਚ ਜਿਹੜੀ ਡੀਸੈਂਟ ਡੈਮੋਕ੍ਰੇਸੀਜ਼ ਆ ਉੱਥੇ ਇਹ ਪਰਮਿਟਡ ਹੈ, ਪਰਮਿਸਿਬਲ ਹੈ। ਪਰ ਸਾਡੇ ਕਿਉਂਕਿ ਇਹ ਜਿਹੜਾ ਬਾਦਲ ਦਾ ਪਰਿਵਾਰ ਹੈ ਇਹ ਇੰਨਾ ਕੁ ਹੰਕਾਰ ਚੁੱਕਾ ਵਾ, ਸਰਮਾਏਦਾਰ ਪਰਿਵਾਰ ਆ, ਇਹ ਆਪਣਾ ਵਿਰੋਧ ਨਹੀਂ ਜਰ ਸਕਦੇ। ਅਸੂਲਨ ਤਾਂ ਜਿਹੜੇ ਸੁਲਝੇ ਹੋਏ ਨੇਤਾ ਹੁੰਦੇ ਨੇ ਉਹ ਨਿਮਰਤਾ ਦਿਖਾਉਂਦੇ ਨੇ ਔਰ ਨਿਮਰਤਾ ਦੇ ਨਾਲ ਜਿਹੜੀ ਅਪੋਜ਼ਿੰਗ ਪਾਰਟੀ ਹੁੰਦੀ ਜਿਹੜੇ ਵਿਰੋਧ ਕਰਦੀ ਉਹਨਾਂ ਨੂੰ ਡਾਇਲੌਗ ਵਿੱਚ ਇੰਗੇਜ ਕਰਕੇ ਯਤਨ ਕੀਤਾ ਜਾਂਦਾ ਕਿ ਇਹਨਾਂ ਦੇ ਖਦਸ਼ੇ ਦੂਰ ਕੀਤੇ ਜਾਣ। ਪਰ ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਨੂੰ ਇਸ ਪਰਿਵਾਰ ਦੇ ਨਾਲ ਬਹੁਤ ਵੱਡਾ ਗਿਲਾ ਵਾ ਔਰ ਗਿਲਾ ਕੋਈ ਗੈਰ ਵਾਜਬ ਨਹੀਂ ਗਾ। ਆਪਾਂ ਜੇ ਥੋੜਾ ਤਾਜ਼ੀਆਂ ਗੱਲਾਂ ਤੇ ਝਾਤ ਮਾਰ ਲਈਏ ਗਿਲਾ ਕਿਉਂ ਹੈ। ਅਸਲ ਗਿਲੇ ਦਾ ਕਾਰਨ ਬਣਿਆ ਜਦੋਂ ਸਰਕਾਰ ਵਿੱਚ ਹੁੰਦੇ ਆ ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਾ ਸਾਧ ਨਾਲ ਸਮਝੌਤਾ ਕਰਕੇ ਤੇ ਚੋਣਾਂ ਜਿੱਤਣ ਦੀ ਰਣਨੀਤੀ ਬਣਾਈ ਔਰ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ ਪੋਸ਼ਾਕ ਪਹਿਨਣ ਦੀ ਜੁਰਤ ਕੀਤੀ ਸੀ ਉਸ ਡੇਰਾ ਸੱਚਾ ਸੌਦਾ ਦੇ ਸਾਧ ਨੇ, ਉਹਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਅਧੀਨ ਕਰਕੇ ਪ੍ਰੈਸ਼ਰ ਪਾ ਕੇ ਉਹਦੇ ਕੋਲੋਂ ਇੱਕ ਫਰਜ਼ੀ ਮਾਫੀ ਦਵਾਈ ਗਈ। ਬਹੁਤ ਵਿਰੋਧ ਹੋਇਆ ਤਾਂ ਉਹ ਜਿਹੜੀ ਮਾਫੀ ਅਲਟੀਮੇਟਲੀ ਉਹਨੂੰ ਵਿਡਰਾਅ ਕਰਨੀ ਪਈ। ਇੱਥੇ ਬਸ ਨਹੀਂ, 2012 ਦੀ ਇਲੈਕਸ਼ਨ ਜਿੱਤਣ ਦੇ ਮੱਦੇਨਜ਼ਰ ਬਠਿੰਡਾ ਸੈਸ਼ਨ ਕੋਰਟ ਦੇ ਵਿੱਚ ਉਸ ਡੇਰਾ ਸੱਚਾ ਸੌਦਾ ਦੀ ਜਿਹੜੀ ਗੁਰੂ ਸਾਹਿਬ ਦੀ ਪੋਸ਼ਾਕ ਪਹਿਨੀ ਸੀ ਉਹਦਾ ਮੁਕੱਦਮਾ ਚੱਲ ਰਿਹਾ ਸੀਗਾ ਔਰ ਉਹਦੇ 'ਚ ਉਹਨੂੰ ਅਵਸ਼ ਸਜ਼ਾ ਹੋਣੀ ਸੀ ਕਿਉਂਕਿ ਬਹੁਤ ਪੁਖਤਾ ਐਵੀਡੈਂਸ ਸੀਗਾ। ਲੇਕਿਨ ਸੁਖਬੀਰ ਬਾਦਲ ਨੇ ਉਹਦੇ ਨਾਲ ਗੰਢ ਟੁੱਪ ਕਰਕੇ ਵੋਟਾਂ ਲੈਣ ਦੀ ਖਾਤਰ ਆਪਣੇ ਅਸੂਲਾਂ ਨੂੰ, ਧਰਮ ਨੂੰ ਛਿੱਕੇ ਤੇ ਟੰਗ ਕੇ, ਅਕਾਲੀ ਦਲ ਦੀ ਜਿਹੜੀ ਵਿਚਾਰਧਾਰਾ ਸੀ ਉਹਨੂੰ ਛਿੱਕੇ ਤੇ ਟੰਗ ਕੇ ਤੇ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਬਠਿੰਡਾ ਸੈਸ਼ਨ ਕੋਰਟ ਵਿੱਚੋਂ ਉਹ ਕੇਸ ਐਨ ਇਲੈਕਸ਼ਨ ਤੋਂ ਚੰਦ ਦਿਨ ਪਹਿਲਾਂ ਵਿਡਰਾਅ ਕੀਤਾ ਗਿਆ। ਇੱਥੇ ਬਸ ਨਹੀਂ, ਉਸ ਤੋਂ ਬਾਅਦ ਜੋ ਪਿਛਲੀ ਸਰਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਮਸਲਾ ਉੱਠਿਆ, ਬਜਾਏ ਕਿ ਅਕਾਲੀ ਦਲ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਦੇ, ਐਗਜ਼ੈਂਪਲਰੀ ਪਨਿਸ਼ਮੈਂਟ ਦਿੰਦੇ, ਇਹਨਾਂ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ। ਨੌਬਤ ਇੱਥੋਂ ਆ ਗਈ ਕਿ ਜਿਹੜੀ ਸੰਗਤ ਬੈਠੀ ਸੀ ਸ਼ਾਂਤਮਈ ਕੋਟਕਪੂਰੇ ਤੇ ਬੈਬਲ ਕਲਾਂ ਦੇ ਵਿੱਚ 2015 ਚ ਅਚਾਨਕ ਇੱਕ ਦਿਨ ਸਵੇਰੇ ਉਹਨਾਂ ਤੇ ਗੋਲੀਆਂ ਮਾਰ ਕੇ, ਡਾਂਗਾ ਸੋਟੇ ਮਾਰ ਕੇ ਉਸ ਪਹਿਲਾਂ ਕੋਟਕਪੂਰੇ ਦੇ ਧਰਨੇ ਨੂੰ ਉਠਾਇਆ ਗਿਆ ਜ਼ਿਆਦਤੀ ਕਰਕੇ ਔਰ ਉਸ ਤੋਂ ਬਾਅਦ ਥੋੜੇ ਘੰਟਿਆਂ ਬਾਅਦ ਹੀ ਬਹਿਬਲ ਕਲਾਂ ਵਿੱਚ ਆਣ ਕੇ ਪੁਲਿਸ ਨੇ ਦਗੜ ਕਰਦੇ ਦੋ ਸਿੱਖ ਨੌਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਔਰ ਉਹ ਧਰਨਾ ਬਿਲਕੁਲ ਸ਼ਾਂਤਮਈ ਤੇ ਸਾਈਡ ਤੇ ਲੱਗਿਆ ਹੋਇਆ ਸੀ ਲਿੰਕ ਰੋਡ ਦੇ ਉੱਤੇ। ਇਹ ਔਰ ਜਦੋਂ ਕੋਈ ਗਲਤੀ ਹੋ ਜਾਂਦੀ ਸਰਕਾਰ ਕੋਲੋਂ, ਅਗਰ ਉਸੇ ਵਕਤ ਜੇ ਇਹ ਬੇਗੁਨਾਹ ਸੀਗੇ ਬਾਦਲ ਦਾ ਪਰਿਵਾਰ ਤੇ ਇਹਨਾਂ ਨੂੰ ਉਸੇ ਵਕਤ ਜਿਹੜੇ ਗਿਲਟੀ ਪੁਲਿਸ ਅਫਸਰ ਸੀਗੇ, ਚਾਹੇ ਉਹ ਡੀਜੀਪੀ ਸੀ ਤੇ ਚਾਹੇ ਕੋਈ ਆਈਜੀ ਸੀ ਤੇ ਚਾਹੇ ਕੋਈ ਡੀਆਈਜੀ ਸੀ ਤੇ ਐਸਐਸਪੀ ਸੀ, ਉਹਨਾਂ ਨੂੰ ਠੋਸ ਸਜ਼ਾ ਦੇ ਦਿੰਦੇ ਤੇ ਆਪੇ ਲੋਕਾਂ ਦਾ ਗੁੱਸਾ ਦੂਰ ਹੋ ਜਾਣਾ ਸੀ। ਪਰ ਕਿਉਂਕਿ ਸੁਖਬੀਰ ਬਾਦਲ ਨੂੰ ਐ ਲੱਗਣ ਲੱਗ ਗਿਆ ਸੀਗਾ ਕਿ ਇਹ ਜਿਹੜਾ ਰਾਜਨੀਤੀ ਹੈ ਇਹ ਸਾਰਾ ਕੁਝ ਮੈਨੀਪੂਲੇਟ ਹੋ ਜਾਂਦਾ, ਇਹ ਪੈਸੇ ਦੇ ਨਾਲ ਤੁਸੀਂ ਹਰ ਚੋਣ ਨੂੰ ਜਿੱਤ ਸਕਦੇ ਹੋ। ਉਹਦੇ ਦਿਮਾਗ ਦੇ ਵਿੱਚ ਇੱਕ ਫਤੂਰ ਵੜ ਗਿਆ ਸੀਗਾ ਔਰ ਉਸਨੇ ਜਿਹੜੇ ਦੋਸ਼ੀ ਪੁਲਿਸ ਵਾਲੇ ਸੀਗੇ ਸੁਮੇਧ ਸਿੰਘ ਸੈਣੀ ਸਮੇਤ
ਜਿਹੜਾ ਬੰਦਾ ਪਹਿਲਾਂ ਹੀ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ 'ਚ ਦਰਜਨਾਂ ਪਰਿਵਾਰਾਂ ਨੂੰ ਮਾਰਨ ਦਾ ਜ਼ਿੰਮੇਵਾਰ ਸੀ। ਪਹਿਲੀ ਗਲਤੀ ਕੀਤੀ ਉਸ ਨੂੰ ਡੀਜੀਪੀ ਬਣਾਇਆ ਗਿਆ ਔਰ ਫਿਰ ਉਸ ਤੋਂ ਬਾਅਦ ਗਲਤੀ ਕੀਤੀ ਕਿ ਉਸ ਨੂੰ ਲਗਾਤਾਰ ਜਿੰਨਾ ਸਮਾਂ 1.5 ਸਾਲ ਅਕਾਲੀ ਦਲ ਦੀ ਸਰਕਾਰ ਦਾ ਬਚਿਆ ਸੀ 2017 ਤੋਂ ਪਹਿਲਾਂ ਇਹਨਾਂ ਨੇ ਦੋਸ਼ੀ ਪੁਲਿਸ ਵਾਲਿਆਂ ਨੂੰ ਬਚਾਇਆ। ਇਹ ਜਿਹਦੇ ਕਰਕੇ ਪੰਜਾਬ ਦੇ ਵਿੱਚ ਜਿੰਨੇ ਇਨਸਾਫ ਪਸੰਦ ਲੋਕ ਸੀਗੇ ਉਹ ਇਹਨਾਂ ਦੇ ਖਿਲਾਫ ਖੜੇ ਹੋ ਗਏ ਔਰ ਸ਼ਾਇਦ ਮੇਰਾ ਖਿਆਲ ਆ 1966 ਚ ਪੰਜਾਬ ਇਸ ਸ਼ਕਲ ਵਿੱਚ ਆਇਆ ਵਾ। ਜਿੰਨੀਆਂ ਵੀ ਸਰਕਾਰਾਂ ਬਣੀਆਂ, ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ, ਅਕਾਲੀ ਦਲ ਦੀ ਸਭ ਤੋਂ ਸ਼ਰਮਨਾਕ ਹਾਰ 2017 ਦੀ ਇਲੈਕਸ਼ਨ ਵਿੱਚ ਹੋਈ ਆ। ਮਹਿਜ਼ 14-15 ਸੀਟਾਂ ਤੇ ਇਹ ਸਿਮਟ ਗਏ ਸੀ। ਉਸ ਤੋਂ ਬਾਅਦ ਇਹੀ ਗੱਲ ਉਹਨਾਂ ਦੇ ਪਾਰਲੀਮੈਂਟ ਦੇ ਨਤੀਜਿਆਂ ਵਿੱਚ ਰਿਪੀਟ ਹੋਈ। ਨਾਰਮਲ ਕੋਰਸ ਵਿੱਚ ਜਿਹੜੇ ਆਦਮੀ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਆਗੂ ਨੇ ਉਹ ਆਪਣੀ ਪੜਚੋਲ ਜ਼ਰੂਰ ਕਰਦੇ ਨੇ ਕਿ ਸਾਡੇ ਕੋਲ ਕਿੱਥੇ ਗਲਤੀਆਂ ਹੋਈਆਂ, ਪਰ ਇਹਨਾਂ ਦਾ ਮੈਂ ਜਿਹੜਾ ਰਵੱਈਆ ਬਾਡੀ ਲੈਂਗੁਏਜ ਦੇਖ ਰਿਹਾ ਸਾਰੇ ਪਰਿਵਾਰਕ ਮੈਂਬਰਾਂ ਦੀ, ਇਹ ਤਾਂ ਹੋਰ ਧੌਂਸ ਜਤਾ ਰਹੇ ਨੇ। ਔਰ ਦੁੱਖ ਦੀ ਗੱਲ ਹੈ ਕਿ ਜਿਹੜਾ ਇਹ ਦੋ ਨੌਜਵਾਨਾਂ ਨੂੰ ਇਹਨਾਂ ਨੇ ਕੁੱਟਮਾਰ ਕਰਕੇ ਮਾਫੀ ਕਰਾਈ ਨਾ, ਉਹਨਾਂ ਨੇ ਕੰਪਲੇਂਟ ਕੀਤੀ ਹੋਈ ਹੈ ਪੁਲਿਸ ਦੇ ਕੋਲ ਕਿ ਸਾਨੂੰ ਅਬਡਕਟ ਕੀਤਾ ਗਿਆ, ਸਾਨੂੰ ਕਿਡਨੈਪ ਕੀਤਾ ਗਿਆ, ਸਾਨੂੰ ਕੁੱਟਿਆ ਗਿਆ, ਸਾਡੀ ਕਾਰ ਦੇ ਸ਼ੀਸ਼ੇ ਤੋੜੇ ਗਏ। ਸਾਡੇ ਇਸ ਕੰਪਲੇਂਟ ਦੇ ਉੱਤੇ ਇਹਨਾਂ ਦੇ ਖਿਲਾਫ, ਅਕਾਲੀਆਂ ਦੇ ਖਿਲਾਫ, ਬਾਦਲ ਦਲੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਪਰ ਕਿਸੇ ਨੇ ਕਾਰਵਾਈ ਨਹੀਂ ਕੀਤੀ। ਤੇ ਜੇ ਮਾੜਾ ਜਿਹਾ ਬੀਜੇਪੀ ਦੇ ਘਰ ਦੇ ਬਾਹਰ ਜਾ ਕੇ ਸੰਕੇਤਕ ਵਿਰੋਧ ਕੀਤਾ ਜਾਂਦਾ ਕਿ ਇੱਕ ਟਰਾਲੀ 'ਚੋਂ ਉਹਨਾਂ ਨੇ ਉਹ ਜਿਹੜਾ ਸੀਗਾ ਗੋਹਾ ਉਹ ਟਿਕਸ਼ਨ ਸੂਦ ਦੇ ਘਰ ਦੇ ਬਾਹਰ ਲਾਤਾ ਤੇ ਝੱਟ ਪਰਚਾ ਦਰਜ ਹੋ ਜਾਂਦਾ। ਇੱਥੋਂ ਇੱਕ ਤਾਂ ਇਹ ਗੱਲ ਨਜ਼ਰ ਆਉਂਦੀ ਹੈ ਕਿ ਬਾਦਲਾਂ ਦਾ ਪ੍ਰਭਾਵ ਇਸ ਸਰਕਾਰ ਦੇ ਵਿੱਚ ਕਿੰਨਾ ਹੈ, ਉਹ ਤੁਹਾਨੂੰ ਇਸ ਗੱਲ ਤੋਂ ਤੁਸੀਂ ਜਾਣ ਸਕਦੇ। ਇੱਕ ਹੋਰ ਵੱਡਾ ਸਿਧਾਂਤਕ ਕਾਰਨ ਹੈ ਕਿ ਬਾਦਲ ਦੇ ਪਰਿਵਾਰ ਨੇ ਅਕਾਲੀ ਦਲ ਦਾ ਵੀ ਸਤਿਆਨਾਸ਼ ਕਰ ਦਿੱਤਾ, ਮਲੀਆ ਮੇਟ ਕਰ ਦਿੱਤਾ। ਇੱਕ ਇਸ ਤਰ੍ਹਾਂ ਦੀ ਪੁਰਾਣੀ ਸਿਧਾਂਤਕ ਪਾਰਟੀ ਜਿਹਦੇ ਸਾਡੇ ਸਾਰਿਆਂ ਦੇ ਪੁਰਖਿਆਂ ਨੇ ਮੋਰਚੇ ਲਾ ਕੇ ਕੁਰਬਾਨੀਆਂ ਦੇ ਕੇ ਇਸ ਨੂੰ ਹੋਂਦ ਵਿੱਚ ਲਿਆਂਦਾ ਔਰ ਉਸ ਵਕਤ ਗੁਰਦੁਆਰਿਆਂ ਨੂੰ ਆਜ਼ਾਦ ਕਰਾ ਕੇ ਐਸਜੀਪੀਸੀ ਵਰਗੀ ਸਰਮੌਰ ਇੱਕ ਵਰਲਡ ਵਾਈਡ ਸ਼ਾਇਦ ਸਾਡੇ ਇਕੱਲੇ ਸਿੱਖਾਂ ਦੇ ਕੋਲ ਇਲੈਕਟਿਡ ਬਾਡੀ ਆ ਜਿਹੜੀ ਗੁਰਦੁਆਰਿਆਂ ਦੇ ਕੰਟਰੋਲ ਨੂੰ ਚਲਾਉਂਦੀ ਆ। ਇਹਨਾਂ ਨੇ ਉਸ ਦਾ ਦੁਰਉਪਯੋਗ ਕਰਨਾ ਸ਼ੁਰੂ ਕੀਤਾ। ਜਥੇਦਾਰ ਗੁਰਚਰਨ ਸਿੰਘ ਟੌੜਾ ਤੋਂ ਬਾਅਦ ਇੱਕ ਰਣਨੀਤੀ ਦੇ ਤਹਿਤ ਘਟੀਆ ਤੋਂ ਘਟੀਆ ਬੰਦਾ ਲੱਭ ਕੇ ਤੇ ਇਹਨਾਂ ਨੇ ਉਸ ਨੂੰ ਪ੍ਰਧਾਨ ਬਣਾਉਣ ਲੱਗੇ ਕਿ ਤਾਂ ਕਿ ਉਸ ਦੇ ਥਰੂ ਐਸਜੀਪੀਸੀ ਦੇ ਫੰਡਸ ਦਾ ਦੁਰਉਪਯੋਗ ਕਰ ਸਕਣ। ਉਸ ਨੂੰ ਰੱਜ ਕੇ ਪੋਲਿਟਿਸਾਈਜ਼ ਕੀਤਾ ਔਰ ਹਾਲ ਹੀ ਵਿੱਚ ਜਿੱਦਾਂ ਕਹਿੰਦੇ ਆ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਪਰਮਾਤਮਾ ਜਦੋਂ ਮਾਰਦਾ ਉਹ ਲੱਤ ਥੋੜੋ ਮਾਰਦਾ, ਉਹ ਤਾਂ ਮੱਤ ਹੀ ਮਾਰਦਾ। ਇੱਕ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ, ਲੋਕੀ ਜਾਨਾਂ ਜਾ ਰਹੀਆਂ ਨੇ ਔਰ ਇਸ ਸਰਦ ਰੁੱਤ ਦੇ ਵਿੱਚ ਉੱਥੇ ਭੁੰਜੇ ਬੈਠੇ ਨੇ ਲੋਕ, ਸਾਡੇ ਬੀਬੀਆਂ, ਭੈਣਾਂ, ਬਜ਼ੁਰਗ, ਨੌਜਵਾਨ। ਤੇ ਇੱਧਰ ਇੱਕ ਐਸਜੀਪੀਸੀ ਦੀ ਚੋਣ ਕਰਕੇ ਬੀਬੀ ਜਗੀਰ ਕੌਰ ਵਰਗੀ ਇੱਕ ਟੈਂਟਡ, ਇੱਕ ਕਰਪਟ ਔਰ ਇੱਕ ਸਜ਼ਾ ਯਾਫਤਾ ਔਰਤ ਨੂੰ ਐਸਜੀਪੀਸੀ ਦਾ ਪ੍ਰੈਜ਼ੀਡੈਂਟ ਬਣਾਇਆ ਔਰ ਜੋ ਉਹਨੇ ਕਿਹਾ ਉਸ ਤੋਂ ਬਾਅਦ ਉਹ ਤੁਹਾਡੇ ਸਾਰਿਆਂ ਦੀ ਕਚਹਿਰੀ ਵਿੱਚ ਆ ਚੁੱਕਾ। ਇਸ ਤਰ੍ਹਾਂ ਦੀਆਂ ਗਲਤੀਆਂ ਜਿਹੜੀਆਂ ਬਾਦਲ ਨੇ ਕੀਤੀਆਂ ਪਰਿਵਾਰ ਨੇ, ਉਹਦੇ ਕਰਕੇ ਅਕਾਲੀ ਦਲ ਨੂੰ ਇਹਨਾਂ ਨੇ ਹਾਸ਼ੀਏ ਤੇ ਲਿਆਂਦਾ ਵਾ। ਇੱਥੇ ਬਸ ਨਹੀਂ, ਅਕਾਲ ਤਖਤ ਸਾਹਿਬ ਦਾ ਵੀ ਦੁਰਉਪਯੋਗ ਕਰਦੇ ਨੇ, ਪਲਾਏਬਲ ਜਥੇਦਾਰ ਲਾਉਂਦੇ ਨੇ, ਉਹਨਾਂ ਕੋਲੋਂ ਆਪਣੇ ਹੱਕ ਵਿੱਚ ਗਲਤ ਫੈਸਲੇ ਲੈਂਦੇ ਨੇ। ਇਹਨਾਂ ਸਾਰੀਆਂ ਗੱਲਾਂ ਦੇ ਕਰਕੇ ਇੱਕ ਵੱਡੀ ਤਸਵੀਰ ਬਣ ਗਈ। ਪੰਜਾਬ ਦੇ ਬੱਚੇ ਨੂੰ, ਸਿੱਖਾਂ ਨੂੰ ਖਾਸ ਤੌਰ ਤੇ ਪਤਾ ਲੱਗ ਗਿਆ ਕਿ ਇਹ ਸਾਡੇ ਮਿੱਤਰ ਨਹੀਂ ਗੇ, ਇਹ ਸਹੀ ਮਾਇਨਿਆਂ ਵਿੱਚ ਅਕਾਲੀ ਨਹੀਂ ਗੇ, ਇਹ ਪੰਜਾਬ ਵਿਰੋਧੀ ਵੀ ਨੇ, ਇਹ ਕਿਸਾਨ ਵਿਰੋਧੀ ਵੀ ਨੇ ਜਿਸ ਢੰਗ ਦੇ ਨਾਲ ਆਰਡੀਨੈਂਸਸ ਦੀ ਵਕਾਲਤ ਕਰਦੇ ਰਹੇ, ਔਰ ਇਹ ਸਿੱਖ ਵਿਰੋਧੀ ਵੀ ਨੇ ਜੋ ਕੁਝ ਇਹਨਾਂ ਨੇ ਮਿਸਯੂਜ਼ ਕੀਤਾ ਅਕਾਲ ਤਖਤ ਸਾਹਿਬ ਦੇ ਔਰ ਐਸਜੀਪੀਸੀ ਵਰਗੇ ਵਾਈਟਲ ਇੰਸਟੀਟਿਊਸ਼ਨਸ ਦਾ। ਤਾਂ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਇਹਨਾਂ ਦੇ ਪ੍ਰਤੀ ਬਹੁਤ ਗੁੱਸਾ ਵਾ ਔਰ ਪਰ ਗੁੱਸੇ ਬਜਾਏ ਕਿ ਗੁੱਸੇ ਦਾ ਕੋਈ ਹੱਲ ਕੱਢਣ, ਇਹਨਾਂ ਨੇ ਪਿਛਲੇ ਦਿਨਾਂ ਵਿੱਚ ਜਿਹੜਾ ਉਹਨਾਂ ਨੌਜਵਾਨਾਂ ਤੇ ਤਸ਼ੱਦਦ ਕੀਤਾ, ਕੁੱਟਮਾਰ ਕੀਤੀ, ਮੈਂ ਉਹਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦਾ ਔਰ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ, ਮੈਂ ਲੱਭ ਰਿਹਾ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਅਸੀਂ ਹਰ ਵਕਤ ਤੁਹਾਡੇ ਨਾਲ ਖੜੇ। ਅਸੀਂ ਇਕੱਲੇ ਨਹੀਂ, ਸਾਰਾ ਪੰਜਾਬ ਤੁਹਾਡੇ ਨਾਲ ਖੜਾ ਔਰ ਕਿੱਥੇ ਸੁਖਬੀਰ ਸਿੰਘ ਬਾਦਲ ਆਪਣਾ ਵਿਰੋਧ ਜਿਹੜਾ ਰੋਕੇਗਾ। ਟੋਲ ਪਲਾਜ਼ੇ ਤੋਂ ਲੰਘਦਾ ਤੇ ਤਾਂ ਲੋਕੀ ਗਾਲਾਂ ਕੱਢਦੇ ਨੇ, ਜੇ ਕਿਸੇ ਜੋੜ ਮੇਲੇ 'ਚ ਜਾਂਦਾ ਤੇ ਲੋਕੀ ਤਾਂ ਉੱਥੇ ਜਿਹੜਾ ਇਹਦਾ ਵਿਰੋਧ ਕਰਦੇ ਨੇ। ਇਸ ਕਰਕੇ ਬਜਾਏ ਕਿ ਇਹਨਾਂ ਦੀ ਜ਼ੁਬਾਨ ਬੰਦ ਕਰਾਓ ਤੁਸੀਂ, ਬਿਹਤਰ ਤਾਂ ਇਹ ਆ ਕਿ ਅਕਾਲੀ ਦਲ ਜਿਹੜਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਡੀ ਇੱਕ ਬਹੁਤ ਗਲੋਰੀਅਸ ਪਾਰਟੀ ਆ, ਇਸ ਨੂੰ ਆਪਣੇ ਚੁੰਗਲ 'ਚੋਂ ਆਜ਼ਾਦ ਕਰ ਦਿਓ। ਜਦੋਂ ਅਕਾਲੀ ਦਲ ਨਿਰਪੱਖ ਹੱਥਾਂ ਦੇ ਵਿੱਚ ਜਾਵੇਗਾ ਤੇ ਫਿਰ ਪੰਜਾਬ ਦੇ ਵਿੱਚ ਜਿਹੜਾ ਵਿਕਲਪ ਦੀ ਗੱਲਾਂ ਚੱਲੀਆਂ ਜਾਂਦੀਆਂ ਨੇ ਨਾ, ਕਦੀ ਕੋਈ ਕਿਸੇ ਪਾਰਟੀ ਦਾ ਵਿਕਲਪ ਪੈਦਾ ਹੁੰਦਾ, ਕਦੀ ਉਹਦੀ ਲੋੜ ਹੀ ਕੋਈ ਨਹੀਂ ਸੀ, ਕਿਉਂਕਿ ਪੰਜਾਬ ਦੀ ਸਭ ਤੋਂ ਬਿਹਤਰੀਨ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀਗੀ। ਜਦੋਂ ਅਕਾਲੀ ਦਲ ਨੂੰ ਤੁਸੀਂ ਆਪਣੀ ਚੁੰਗਲ 'ਚੋਂ ਆਜ਼ਾਦ ਕਰੋਗੇ, ਆਟੋਮੈਟਿਕਲੀ ਐਸਜੀਪੀਸੀ ਦੀ ਫੰਕਸ਼ਨਿੰਗ ਠੀਕ ਹੋ ਜਾਏਗੀ, ਆਟੋਮੈਟਿਕਲੀ ਅਕਾਲ ਤਖਤ ਸਾਹਿਬ ਦੀ
ਫੰਕਸ਼ਨਿੰਗ ਜਿਹੜੀ ਇੰਡੀਪੈਂਡੈਂਟ ਹੋ ਜਾਏਗੀ। ਔਰ ਮੈਂ ਕਹਿਣਾ ਚਾਹੁੰਦਾ ਐਸਜੀਪੀਸੀ ਦੇਖੋ ਏਡੀ ਵੱਡੀ ਜਮਾਤ ਹੈ ਸਾਡੀ, ਅਰਬਾਂ ਰੁਪਏ ਉਹਦਾ ਚੜਾਵਾ ਚੜਦਾ, ਤੇ ਦਿੱਲੀ ਦੇ ਧਰਨੇ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ? ਇਹਨਾਂ ਦੇ ਮੁਕਾਬਲੇ ਤੇ ਰਵੀ ਸਿੰਘ ਖਾਲਸਾ ਏਡ ਵਾਲਿਆਂ ਨੇ ਉਸ ਧਰਨੇ ਨੂੰ ਸਸਟੇਨ ਕੀਤਾ ਵਾ। ਸਾਰੀ ਦੁਨੀਆ 'ਚੋਂ ਲੋਕਾਂ ਨੇ ਉਹਨਾਂ ਤੇ ਭਰੋਸਾ ਕੀਤਾ ਤੇ ਉਹਨਾਂ ਨੇ ਗਾਂ ਇਸ ਧਰਨੇ ਦੇ ਵਿੱਚ ਜਾ ਕੇ ਜਿਹੜੀ ਇਨਸਾਨੀ ਪੱਖ ਸੀਗਾ, ਜੋ ਸਰਬੱਤ ਦੇ ਭਲੇ ਵਾਸਤੇ ਜਿਹੜਾ ਸਾਡਾ ਨਾਰਾ, ਉਸ ਨੂੰ ਬੁਲੰਦ ਕੀਤਾ ਵਾ। ਤੇ ਐਸਜੀਪੀਸੀ ਕਿਨਾਰੇ ਤੇ ਬੈਠੀ ਆ। ਐਡਾ ਵੱਡਾ ਸੰਘਰਸ਼ ਚੱਲ ਰਿਹਾ ਜ਼ਿਮੀਂਦਾਰਾਂ ਦਾ, ਕਿਸਾਨਾਂ ਦਾ, ਸਿੱਖਾਂ ਦਾ, ਤੇ ਅਕਾਲੀ ਦਲ ਵੀ ਹਾਸ਼ੀਏ ਤੇ ਬੈਠਾ, ਬਾਹਰ ਫੈਂਸ ਸਿਟਰਸ ਬਣ ਕੇ ਬਾਹਰ ਬੈਠੇ ਨੇ, ਕਿਉਂਕਿ ਇਹਨਾਂ ਦਾ ਕੁੱਲ ਟੋਟਲ ਜਿਹੜਾ ਕਰਤੱਵ ਹੈ, ਇਹਨਾਂ ਦੀ ਨੀਤੀ ਹੈ, ਉਹ ਇਸ ਵਕਤ ਸਾਰੀ ਲੋਕਾਂ ਦੀਆਂ ਆਸ਼ਾਵਾਂ ਦੇ, ਲੋਕਾਂ ਦੀ ਇੱਛਾਵਾਂ ਦੇ ਉਲਟ ਚੱਲਦੀ ਹੈ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਬਜਾਏ ਕਿ ਇਕੱਲੇ ਦਾ ਮੂੰਹ ਬੰਦ ਕਰਾਉਣਾ, ਕੁੱਟਣਾ, ਮਾਰਨਾ, ਮਾਫੀਆਂ ਲੈਣੀਆਂ ਤੇ ਫਿਰ ਉਹਨਾਂ ਕੋ ਜਬਰਨ ਘੁਆਉਣਾ ਕਿ ਅਕਾਲੀ ਦਲ ਜਿੰਦਾਬਾਦ, ਬਾਦਲ ਦਲ ਜਿੰਦਾਬਾਦ, ਇਹ ਬੰਦ ਕਰਕੇ ਤੇ ਅੰਦਰ ਇੱਕ ਵਾਰੀ ਚੰਗੀ ਤਰ੍ਹਾਂ ਝਾਤ ਮਾਰਨੀ ਚਾਹੀਦੀ ਕਿ ਮੈਂ ਕਿਹੜੀ ਗੁਨਾਹ ਕੀਤੇ, ਕਿਹੜੀ ਗਲਤੀ ਕੀਤੀ। ਇੱਕ ਮੈਂ ਗੱਲ ਦੱਸ ਦਿੰਦਾ ਕਿ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਜਾਂ ਜਿਹੜੇ ਸਿੱਖ ਕੌਮ ਆ, ਇਹ ਬਖਸ਼ਣਹਾਰ ਵੀ ਹੈਗੀ ਹੈ। ਜੇ ਇਮਾਨਦਾਰੀ ਨਾਲ ਉਹ ਝੂਠੀਆਂ ਜਿਹੜੇ ਜੋੜੇ ਝਾੜੇ ਜਾ ਕੇ ਜਿਹੜੇ ਕੱਪੜੇ ਦੇ ਬੂਟਾਂ ਦੇ ਉੱਤੇ ਵੀ ਪਾਲਿਸ਼ ਮਾਰਦੇ, ਉਹ ਵਾਲੀ ਮਾਫੀ ਨਹੀਂ। ਇਮਾਨਦਾਰੀ ਨਾਲ ਮਾਫੀ ਮੰਗਣ ਉੱਥੇ ਜਾ ਕੇ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ, ਔਰ ਇਸ ਸ਼੍ਰੋਮਣੀ ਅਕਾਲੀ ਦਲ ਨੂੰ, ਐਸਜੀਪੀਸੀ ਨੂੰ ਤੇ ਅਕਾਲ ਤਖਤ ਨੂੰ ਕਿਸੇ ਨਿਰਪੱਖ ਲੋਕਾਂ ਦੇ ਹੱਥ ਵਿੱਚ ਜਾਣ ਦੇਣ। ਉਹਦੇ ਨਾਲ ਪੰਜਾਬ ਦਾ ਵੀ ਭਲਾ ਹੋਵੇਗਾ ਤੇ ਇਹਨਾਂ ਦੀ ਵੀ ਜਾਨ ਜਿਹੜੀ ਆ ਲੋਕੀ ਛੱਡ ਦੇਣਗੇ। ਨਹੀਂ ਕਰਨਗੇ ਤਾਂ ਫਿਰ ਇਸੇ ਤਰੀਕੇ ਨਾਲ ਇਹਨਾਂ ਦਾ ਲਗਾਤਾਰ ਵਿਰੋਧ ਹੁੰਦਾ ਰਹੇਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।